Hello everyone, this is Diljot in front of you. So yes guys, your wait is over. So ਅੱਜ ਆਪਾਂ ਵੀਡੀਓ ਲੈ ਕੇ ਆਏ ਆ ਉਹਨਾਂ ਬੱਚਿਆਂ ਦੇ ਲਈ ਜਿਹੜੇ ਆਪਾਂ ਨੂੰ ਕਹਿੰਦੇ ਆ ਜੀ ਮੈਡਮ ਬਾਕੀ ਸਾਰੇ ਮੋਡਿਊਲਸ ਤਾਂ ਠੀਕ ਆ ਬਸ ਰੀਡਿੰਗ 'ਚ ਹੀ ਬੈਂਡ ਨਹੀਂ ਹੁੰਦੇ, ਰੀਡਿੰਗ 'ਚ ਜੀ 5.5 ਰਹਿ ਜਾਂਦੇ ਆ। ਸੋ ਬੱਚੇ ਡੋਂਟ ਵਰੀ ਅਬਾਊਟ ਦੈਟ। ਅੱਜ ਆਪਾਂ ਤੁਹਾਡੇ ਲਈ ਇੱਕ ਸਪੈਸ਼ਲ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਮੈਂ ਤੁਹਾਨੂੰ ਸਿਖਾਉਂਗੀ ਕਿ ਤੁਸੀਂ ਰੀਡਿੰਗ ਕਿੱਦਾਂ ਸੋਲਵ ਕਰਨੀ ਆ। ਐਂਡ ਟਰਸਟ ਮੀ ਗਾਈਜ਼, ਜੇ ਤੁਸੀਂ ਇੱਕ ਵਾਰ ਇਹ ਵੀਡੀਓ ਦੇਖ ਲਿੱਤੀ ਉਸ ਤੋਂ ਬਾਅਦ ਤੁਹਾਨੂੰ ਰੀਡਿੰਗ ਦੇ ਵਿੱਚ ਕਦੇ ਵੀ ਪ੍ਰੋਬਲਮ ਨਹੀਂ ਆਏਗੀ। ਜਿਹੜਾ ਤੁਹਾਡਾ ਸਕੋਰ 5.5 ਤੇ ਅੜ ਜਾਂਦਾ ਹੈ ਰੀਡਿੰਗ ਦੇ ਵਿੱਚ ਉਹ ਡੈਫੀਨੇਟਲੀ 6.5 ਜਾਂ 7 ਤੱਕ ਤਾਂ ਜ਼ਰੂਰ ਜਾਏਗਾ। ਸੋ ਸਟੇ ਟਿਊਨਡ ਵਿਦ ਅਸ। ਸੋ ਅੱਜ ਆਪਾਂ ਸੋਲਵ ਕਰਾਂਗੇ ਬੱਚੇ ਜਿਹੜੀ ਰੀਡਿੰਗ ਹੈਗੀ। ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਆ ਰਿਹਾ ਉਹ ਕੀ ਹੈ ਜੀ, no more than 3 words। ਆਪਾਂ ਨੂੰ ਕੁਐਸਚਨ ਦਿੱਤਾ ਹੋਇਆ, ਆਪਾਂ ਉਹਦੇ ਆਨਸਰਸ ਲੱਭਣੇ ਆ ਜੀ। ਬਟ ਕੁਐਸਚਨ ਦੀ ਡਿਮਾਂਡ ਕੀ ਹੈ, ਕੁਐਸਚਨ ਕਹਿ ਰਿਹਾ ਜਿਹੜਾ ਤੁਹਾਡਾ ਆਨਸਰ ਹੋਣਾ ਚਾਹੀਦਾ ਹੈ ਉਹ ਕੀ ਹੋਣਾ ਚਾਹੀਦਾ, ਉਹ no more than 3 words ਦਾ ਹੋਣਾ ਚਾਹੀਦਾ ਹੈ। ਸੋ our first question is, what kind of underwater device was used to investigate the ocean before submersible boats were invented? ਸੋ ਬੱਚੇ ਆਪਣਾ ਕੁਐਸਚਨ ਹੈਗਾ ਇਹ। ਸੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ, ਕੁਐਸਚਨ ਨੂੰ ਆਪਾਂ ਆਪਣੀ ਲੈਂਗੁਏਜ ਦੇ ਵਿੱਚ ਟ੍ਰਾਂਸਲੇਟ ਕਰਨਾ ਹੈ। ਯੈਸ, ਸੋ ਕੁਐਸਚਨ ਕੀ ਕਹਿ ਰਿਹਾ ਹੈ, what kind of, ਠੀਕ ਹੈ ਜੀ, ਕਿਸ ਤਰ੍ਹਾਂ ਦਾ, ਕੀ ਹੈ ਜੀ, ਅੰਡਰਵਾਟਰ ਡਿਵਾਈਸ, ਇੱਕ ਡਿਵਾਈਸ ਹੈ ਜਿਹੜਾ ਅੰਡਰਵਾਟਰ ਹੈ। was used ਯਾਨੀ ਕਿ ਪਾਸ ਦੀ ਗੱਲ ਕਰ ਰਿਹਾ। ਉਹ ਕੀ ਕਹਿ ਰਿਹਾ ਵੀ ਕਿਸ ਤਰ੍ਹਾਂ ਦਾ ਇੱਕ ਅੰਡਰਵਾਟਰ, ਅੰਡਰ ਯਾਨੀ ਕਿ ਜਿਹੜਾ ਪਾਣੀ ਦੇ ਅੰਦਰ ਆ, ਡਿਵਾਈਸ ਯੂਜ਼ ਕੀਤਾ ਜਾਂਦਾ ਸੀ ਕਾਹਦੇ ਲਈ, ਇਨਵੈਸਟੀਗੇਟ ਕਰਨ ਦੇ ਲਈ। ਇਨਵੈਸਟੀਗੇਟ ਮੀਨਸ ਲੱਭਣ ਦੇ ਲਈ। the ocean before the boats were invented, ਕਹਿੰਦੇ ਵੀ ਇੱਕ ਐਸਾ ਡਿਵਾਈਸ ਦੱਸੋ ਕਿਸ ਤਰ੍ਹਾਂ ਦਾ ਡਿਵਾਈਸ ਯੂਜ਼ ਕੀਤਾ ਜਾਂਦਾ ਸੀਗਾ, ਕਦੋਂ, ਜਦੋਂ ਉਹ ਇਹ ਵਾਲੀ ਜਿਹੜੀਆਂ ਬੋਟ ਸੀਗੀਆਂ, ਸਬਮਰਸੀਬਲ ਬੋਟ ਸੀਗੀਆਂ, ਇਹਨਾਂ ਦਾ ਜਦੋਂ ਇਨਵੈਂਸ਼ਨ ਨਹੀਂ ਸੀ ਹੋਇਆ ਉਸ ਤੋਂ ਪਹਿਲਾਂ ਕੀ ਚੀਜ਼ ਜਿਹੜੇ ਸਾਇੰਟਿਸਟ ਸੀਗੇ ਯੂਜ਼ ਕਰਦੇ ਸੀਗੇ ਓਸ਼ਨ ਦੀ ਇਨਵੈਸਟੀਗੇਸ਼ਨ ਦੇ ਲਈ। ਸੋ ਆਪਾਂ ਆਪਣੇ ਕੀਵਰਡਸ ਮਾਰਕ ਕਰ ਲਿੱਤੇ, ਅੰਡਰਵਾਟਰ ਡਿਵਾਈਸ, ਇਨਵੈਸਟੀਗੇਟ ਐਂਡ before submersible boats were invented means discovered। ਸੋ ਬੱਚੇ ਸਭ ਤੋਂ ਪਹਿਲਾਂ ਆਪਾਂ ਕੀ ਕੀਤਾ, ਆਪਾਂ ਆਪਣੇ ਕੁਐਸਚਨ ਨੂੰ ਟ੍ਰਾਂਸਲੇਟ ਕੀਤਾ ਆਪਣੀ ਨੇਟਿਵ ਲੈਂਗੁਏਜ ਦੇ ਵਿੱਚ। ਆਪਾਂ ਕੁਐਸਚਨ ਦਾ ਮਤਲਬ ਸਮਝ ਲਿਆ। ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ, ਆਪਾਂ ਆਪਣੇ ਕੀਵਰਡਸ ਕਰ ਲਿੱਤੇ, ਅੰਡਰਲਾਈਨ। ਹੁਣ ਆਪਾਂ ਜਾਵਾਂਗੇ ਜੀ ਪੈਸੇਜ ਦੇ ਵਿੱਚ। ਸੋ ਪੈਸੇਜ ਵਿੱਚ ਜਾ ਕੇ ਆਪਾਂ ਜਿਹੜੀ ਆਪਣੇ ਹੈਗੇ ਨੇ ਕੀਵਰਡਸ ਉਹਨੂੰ ਆਪਾਂ ਲੱਭਾਂਗੇ। ਸੋ ਦੇਖੋ ਜੀ, ਹੁਣ ਆਪਾਂ ਦੇਖਦੇ ਹਾਂ ਜੀ ਲਾਈਨ ਕੀ ਕਹੀ ਗਈ ਹੈ। ਲਾਈਨ ਇੱਥੇ ਕਿਹਾ ਗਿਆ ਹੈ, there had long been use of a, had ਪਾਸ ਦੀ ਗੱਲ ਕਰ ਦਿੱਤੀ ਹੈ ਜੀ, there had। ਸੋ long been use, ਆਪਣੇ ਕੋਲ ਜਿਹੜਾ ਵਰਡ ਸੀਗਾ ਯੂਜ਼ ਕੁਐਸਚਨ ਦੇ ਵਿੱਚ, ਉਹ ਵਰਡ ਇੱਥੇ ਵੀ ਮਿਲ ਗਿਆ। of a primitive diving bell, ਇੱਕ ਪੁਰਾਣੇ ਤਰੀਕੇ ਦੀ ਇੱਕ ਬੈਲ ਯੂਜ਼ ਕੀਤੀ ਜਾਂਦੀ ਸੀ for explorative purpose। ਕਾਦੇ ਲਈ ਯੂਜ਼ ਕੀਤੀ ਜਾਂਦੀ ਸੀ, explorative purpose, explore ਕਰਨ ਦੇ ਲਈ ਯੂਜ਼ ਕੀਤੀ ਜਾਂਦੀ ਸੀਗੀ। but it was as a war machine, ਉਹ ਇੱਕ ਤਰ੍ਹਾਂ ਦੀ ਮਸ਼ੀਨ ਸੀਗੀ that the submarine came into its own। the first development in the history of American submarine was a small submersible with a hand crankle screw like oar। ਸੋ ਬੱਚੇ ਇੱਥੇ ਆਪਾਂ ਜਿਹੜਾ ਆਪਣਾ ਕੀਵਰਡ ਸੀਗਾ ਕੀ ਸੀਗਾ, use, ਠੀਕ ਹੈ ਜੀ, ਕਾਦੇ ਲਈ, ਐਕਸਪਲੋਰੇਟਿਵ ਪਰਪਸ। ਕੁਐਸਚਨ ਕੀ ਸੀਗਾ, ਇਨਵੈਸਟੀਗੇਟ ਕਰਨ ਦੇ ਲਈ। ਇਨਵੈਸਟੀਗੇਟ ਦਾ ਸਿਨੋਨਿਮ ਆਪਾਂ ਨੂੰ ਕੀ ਮਿਲ ਗਿਆ, ਐਕਸਪਲੋਰੇਟਿਵ। ਯੂਜ਼ ਕੀ ਕਰ ਰਿਹਾ ਸੀਗਾ ਉਹ, ਇੱਕ ਪ੍ਰਿਮਿਟਿਵ ਡਾਈਵਿੰਗ ਬੈਲ। ਸੋ ਇਹ ਆਪਣਾ ਕੀ ਹੋਊਗਾ, ਇਹ ਆਪਣਾ ਆਨਸਰ ਹੋਊਗਾ ਜਿਹਨੂੰ ਆਪਾਂ ਕੀ ਬੋਲਾਂਗੇ ਵੀ ਪ੍ਰਿਮਿਟਿਵ ਡਾਈਵਿੰਗ ਬੈਲ ਸੀਗੀ ਜਿਹੜੀ ਯੂਜ਼ ਕੀਤੀ ਜਾਂਦੀ ਸੀ। ਹੈਡ ਤੋਂ ਪਤਾ ਲੱਗ ਗਿਆ ਪਾਸਟ ਵਿੱਚ ਯੂਜ਼ ਕੀਤੀ ਜਾਂਦੀ ਸੀਗੀ, ਕਦੋਂ, ਵਾਰ ਦੇ ਟਾਈਮ ਦੇ ਵਿੱਚ, ਜਦੋਂ ਇਹ ਜਿਹੜੀ ਚੀਜ਼ ਸੀਗੀ ਸਬਮਰੀਨ ਸੀਗੀ, ਹਲੇ ਉਹਦਾ ਇਨਵੈਂਸ਼ਨ ਨਹੀਂ ਸੀ ਹੋਇਆ। ਸੋ ਆਈ ਹੋਪ ਤੁਹਾਨੂੰ ਜਿਹੜਾ ਇਹ ਕੁਐਸਚਨ ਹੈਗਾ ਸਮਝ ਆ ਚੁੱਕਿਆ ਹੋਊਗਾ। ਨਾਓ ਹੁਣ ਆਪਾਂ ਮੂਵ ਕਰਾਂਗੇ ਜੀ ਆਪਣੇ ਸੈਕਿੰਡ ਕੁਐਸਚਨ ਦੇ ਵੱਲ। ਸੋ our second question is, so what was the crewman of the first American built submarine trying to do before his mission failed? So ਉਹ ਕੀ ਕਹਿ ਰਿਹਾ ਜੀ, ਉਹ ਇਹ ਕਹਿ ਰਿਹਾ ਕਿ what was the crewman, what was, ਜਿਹੜਾ crewman ਹੈ, crewman ਕੀ ਹੋਊਗਾ, ਜਿਹੜਾ crew ਦੇ ਵਿੱਚ ਹੋਊਗਾ, ਠੀਕ ਹੈ, ਬੰਦਾ ਜਿਹੜਾ ਚਲਾ ਰਿਹਾ ਹੋਊਗਾ ਉਹਨੂੰ। first American built submarine, ਇਹ submarine ਦਾ ਨਾਮ ਦੱਸਿਆ ਗਿਆ ਹੈ। trying to do, ਉਹ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ing ਲੱਗੇ ਯਾਨੀ ਕਿ present continuous ਆ, ਉਹ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ before his mission failed, ਜਦ ਉਹਦਾ ਮਿਸ਼ਨ ਫੇਲ ਹੋਇਆ ਆ। ਸੋ ਆਪਣੇ ਕੀਵਰਡਸ ਕੀ ਸੀ, ਕੀ ਹੈ ਗਿਆ, crewman, first American built submarine, trying to do, ਕੋਈ ਚੀਜ਼ ਦੀ ਪ੍ਰੈਕਟਿਸ ਕਰ ਰਿਹਾ ਸੀ, ਕਦੋਂ ਕਰ ਰਿਹਾ ਸੀ, ਜਦ ਉਹਦਾ ਮਿਸ਼ਨ ਫੇਲ ਹੋਇਆ। ਸੋ ਆਪਾਂ ਜਾਵਾਂਗੇ ਆਪਣੇ ਪੈਸੇਜ ਦੇ ਵਿੱਚ। ਸੋ ਆਪਾਂ ਆਪਣੇ ਜਿਹੜੇ ਹੈਗੇ ਕੀਵਰਡਸ ਜਾ ਕੇ ਲੱਭਾਂਗੇ skim and scan technique ਦੇ ਨਾਲ।
ऑलराइट बच्चे, ਆਪਾਂ ਨੂੰ ਪਤਾ ਜਦ ਆਪਾਂ ਨੂੰ ਇੱਕ ਆਨਸਰ ਮਿਲ ਜੇ ਜਿਹੜਾ ਆਪਣਾ ਦੂਸਰਾ ਆਨਸਰ ਹੁੰਦਾ ਹੈ ਉਹ ਹਮੇਸ਼ਾ ਕੀ ਹੁੰਦਾ ਆ, ਆਰਡਰ ਦੇ ਵਿੱਚ ਹੁੰਦਾ ਆ। ਸੋ ਆਪਾਂ ਨੂੰ ਪ੍ਰਿਮਿਟਿਵ ਡਾਈਵਿੰਗ ਬੈਲ ਇੱਥੇ ਮਿਲ ਗਿਆ ਸੀਗਾ। ਨਾਓ ਹੁਣ ਆਪਾਂ ਦੇਖਦੇ ਹਾਂ ਅੱਗੇ, ਠੀਕ ਹੈ ਜੀ। ਕੁਐਸਚਨ ਵਿੱਚ ਸੀਗਾ ਕ੍ਰਿਊਮੈਨ ਅਮਰੀਕਨ ਬਿਲਡ ਸਬਮਰੀਨ ਐਂਡ ਮਿਸ਼ਨ ਫੇਲਡ। ਸੋ ਆਪਾਂ ਦੇਖਦੇ ਹਾਂ ਜਿਹਦਾ ਤਾਂ ਕੁਝ ਦਿੱਤਾ ਹੋਇਆ ਹੈ ਇੱਥੇ। ਸੋ ਹਾਂਜੀ, ਸੋ ਕ੍ਰਿਊ ਆਫ 1, ਕ੍ਰਿਊ ਵਰਗਾ ਕੁਝ ਹੋਰ ਤਾਂ ਮਿਲ ਗਿਆ ਜੀ ਆਪਾਂ ਨੂੰ ਇੱਥੇ। ਫਿਰ ਅੱਗੇ ਕੀ ਕਹਿ ਰਿਹਾ, ਅੱਗੇ ਅਮਰੀਕਨ ਰੈਵੋਲੂਸ਼ਨਰੀ ਵॉर, ਠੀਕ ਹੈ ਜੀ, ਇਹ ਵੀ ਮਿਲ ਗਿਆ। ਇੱਥੇ ਆਇਆ ਜੀ ਪਾਇਲਟ, ਆਲਦੋ ਇਟਸ ਪਾਇਲਟ ਟਵਾਈਸ ਫੇਲਡ। ਪਾਇਲਟ ਕੀ ਹੁੰਦਾ ਜੀ, ਕ੍ਰਿਊਮੈਨ ਹੋ ਗਿਆ ਆਪਣਾ, ਐਂਡ ਜਿਹੜਾ ਆਪਣਾ ਸੀਗਾ ਪਾਇਲਟ ਹੈਗਾ ਉਹ ਕੀ ਹੋਇਆ, ਟਵਾਈਸ ਫੇਲਡ, 2 ਵਾਰ ਉਹ ਫੇਲ ਹੋ ਚੁੱਕਿਆ ਆ। ਕਿਹਦੇ ਵਿੱਚ, ਟੂ ਫਾਸਟਨ ਐਕਸਪਲੋਸਿਵ ਡਿਵਾਈਸਿਸ ਟੂ ਦ ਬ੍ਰਿਟਿਸ਼ ਸ਼ਿਪਸ ਬਿਫੋਰ, ਕਦੋਂ, ਲੂਜ਼ਿੰਗ ਕੰਟਰੋਲ ਆਫ ਹਿਸ ਫਰਸਟ ਵੈਸਲ। ਕਹਿੰਦੇ ਵੀ ਨਾ ਉਹ ਕੀ ਕਰ ਰਿਹਾ ਸੀਗਾ, ਕੁਐਸਚਨ ਕਹਿ ਰਿਹਾ ਹੈ ਵੀ ਜਦੋਂ ਉਹ ਫੇਲ ਹੋਣ ਤੋਂ ਪਹਿਲਾਂ ਉਹ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਸੋ ਫੇਲਡ ਟੂ, ਕਾਦੇ ਲਈ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਆਪਣੇ ਐਕਸਪਲੋਸਿਵ ਡਿਵਾਈਸਿਸ ਨੂੰ ਫਾਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਸੋ ਆਪਾਂ ਕੀ ਕੀਤਾ, ਆਪਾਂ ਜਸਟ ਕੀ ਕਰ ਰਹੇ ਹਾਂ, ਆਪਾਂ ਆਪਣੇ ਕੁਐਸਚਨ ਨੂੰ ਟ੍ਰਾਂਸਲੇਟ ਕਰ ਰਹੇ ਹਾਂ ਆਪਣੀ ਲੈਂਗੁਏਜ ਦੇ ਵਿੱਚ, ਆਪਾਂ ਆਪਣੇ ਕੀਵਰਡਸ ਨੂੰ ਆਪਾਂ ਕੀ ਕਰ ਰਹੇ ਹਾਂ, ਅੰਡਰਲਾਈਨ ਕਰ ਰਹੇ ਹਾਂ, ਐਂਡ ਆਪਾਂ ਕੀ ਕਰ ਰਹੇ ਹਾਂ, ਸਕਿਮ ਐਂਡ ਸਕੈਨ। ਆਪਾਂ ਪੈਸੇਜ ਵਿੱਚ ਗਏ, ਆਪਾਂ ਇਦਾਂ ਦੇ ਨਾਲ ਦੇ ਕੋਈ ਸਿਨੋਨਿਮਸ ਦੇਖੇ, ਆਪਾਂ ਆਪਣੇ ਕੀਵਰਡਸ ਦੇਖੇ, ਫਿਰ ਆਪਾਂ ਕੀ ਕਰ ਰਹੇ ਹਾਂ, ਆਪਣੀ ਇਨਫੋਰਮੇਸ਼ਨ ਨੂੰ ਮੈਚ ਕਰ ਰਹੇ ਹਾਂ। ਸੋ ਆਲਰਾਈਟ, ਨਾਓ ਮੂਵਿੰਗ ਟੂ ਆਰ ਨੈਕਸਟ ਕੁਐਸਚਨ। ਸੋ ਜਿਹੜਾ ਆਪਣਾ ਨੈਕਸਟ ਕੁਐਸਚਨ ਹੈ ਉਹ ਆਪਾਂ ਨੂੰ ਕੀ ਕਹਿ ਰਿਹਾ ਆ, yes, so where was a submarine first used successfully? So when was a submarine first used successfully? when ਇੱਥੇ ਕੀ ਹੁੰਦਾ ਜੀ, ਉਹਨੇ ਟਾਈਮ ਪੁੱਛਿਆ ਆਪਾਂ ਨੂੰ, ਕਦੋਂ, ਕਹਿੰਦੇ ਜਿਹੜੀ ਫਰਸਟ ਸਬਮਰੀਨ ਸੀਗੀ ਯੂਜ਼ਡ ਹੋਈ ਸਕਸੈਸਫੁਲੀ, ਕਾਦੇ ਲਈ, ਟੂ ਸਿੰਕ ਐਨ ਐਨੀਮੀ ਬੋਟ। ਐਨੀਮੀ ਕੀ ਹੁੰਦਾ, ਦੁਸ਼ਮਣ ਦੀ ਬੋਟ ਨੂੰ ਸਿੰਕ ਕਰਨ ਦੇ ਲਈ, ਠੀਕ ਹੈ ਜੀ। ਇਟ ਮੀਨਸ ਆਪਾਂ ਨੂੰ ਕਲੀਅਰ ਹੋ ਗਿਆ ਜੀ, when ਤੋਂ ਆਪਾਂ ਦੱਸਣਾ ਕੀ ਹੈ, ਆਪਾਂ ਟਾਈਮ ਦੱਸਣਾ ਹੈ ਕਦੋਂ ਹੋਈ, ਠੀਕ ਹੈ। ਅਗੇਨ we'll move to our passage. So here it is, ਆਪਾਂ ਨੂੰ ਪਤਾ ਹੈ ਜੀ, ਆਪਾਂ ਨੂੰ ਜਦੋਂ ਆਪਣਾ ਇੱਕ ਆਨਸਰ ਮਿਲ ਜੇ, ਜਿਹੜਾ ਆਪਣਾ ਨੈਕਸਟ ਆਨਸਰ ਹੁੰਦਾ ਆ ਉਹ ਕੀ ਹੁੰਦਾ ਆ, ਆਰਡਰ ਦੇ ਵਿੱਚ ਹੁੰਦਾ ਹੈ। ਸੋ ਦੇਖਦੇ ਹਾਂ ਜੀ ਆਪਣੇ ਕੀਵਰਡਸ ਕੀ ਸੀਗੇ ਇੱਥੇ। ਆਪਣੇ ਕੀਵਰਡ ਸੀਗੇ ਜੀ when, ਟਾਈਮ ਦੱਸਣਾ ਹੈ ਜੀ, ਸਬਮਰੀਨ ਸੀਗੀ, ਠੀਕ ਹੈ ਜੀ, ਤੇ ਐਨੀਮੀ ਬੋਟ ਬਾਰੇ ਦੱਸਣਾ ਹੈ। ਸੋ ਅਗਰ ਆਪਾਂ ਦੇਖਿਆ ਜਾਏ ਇੱਥੇ ਹੈਗਾ, let us have a look over here. When both sides tried out various designs, one of those called the Hunley, named after its financier rather than its inventor, sank twice. ਹੁਣ ਸੈਂਕ ਵਰਗਾ ਵਰਡ ਆ ਗਿਆ ਜੀ, ਕੁਐਸਚਨ ਚ ਵੀ ਕੋਈ ਸਿੰਕ ਵਰਗਾ ਵਰਡ ਸੀਗਾ, ਸਿੰਕ ਦੀ ਸੈਕੰਡ ਫਾਰਮ ਸੈਂਕ, ਠੀਕ ਹੈ ਜੀ। ਅੱਗੇ ਦੇਖਦੇ ਹਾਂ, sank twice during training mission with 11 crew members losing their lives. ਕਹਿੰਦੇ 11 ਬੰਦੇ ਮਰ ਗਏ ਸੀ ਜੀ ਉਸ ਟਾਈਮ ਤੇ, including Hunley himself, ਜਿਹੜਾ ਬੰਦਾ ਸੀਗਾ Hunley ਉਹ ਵੀ ਮਰ ਗਿਆ ਸੀਗਾ। Notwithstanding these failures, ਕਹਿੰਦੇ ਭਾਵੇਂ ਉਹਨਾਂ ਨੂੰ ਇੰਨੇ ਸਾਰੇ failures ਹੋਏ, still it was commissioned again ਉਹ ਦੁਬਾਰਾ ਕਦੋਂ ਹੋਈ ਸਟਾਰਟ, 1864 ਦੇ ਵਿੱਚ, to attack, ਕਿਹਨੂੰ ਅਟੈਕ ਕਰਨ ਦੇ ਲਈ, ship in harbor. So ਆਪਣਾ ਕੁਐਸਚਨ ਕੀ ਸੀਗਾ, when, ਕਦੋਂ ਕੀ ਹੋਇਆ ਸੀਗਾ, was a submarine first used to attack a enemy boat. So ਆਪਣਾ ਜਿਹੜਾ ਵਰਡ ਸੀਗਾ ਅਟੈਕ ਮਿਲ ਗਿਆ, ਆਪਾਂ ਨੂੰ ਟਾਈਮ ਪਤਾ ਲੱਗ ਗਿਆ ਜੀ ਕਦੋਂ ਦੀ ਗੱਲ ਕਰ ਰਿਹਾ, ਉਹ 1864 ਦੀ ਗੱਲ ਕਰ ਰਿਹਾ। ਸੋ ਆਪਾਂ ਨੂੰ ਇੱਥੋਂ ਆਪਣਾ ਆਨਸਰ ਜਿਹੜਾ ਹੈਗਾ ਮਿਲ ਗਿਆ। ਸੋ ਹੁਣ ਆਪਾਂ ਆਪਣਾ ਨੈਕਸਟ ਕੁਐਸਚਨ ਦੇਖਦੇ ਹਾਂ ਜੀ। So our fifth question is, fourth, what new type of propulsion did the Holland use on top of the water? So what new type of, ਕਹਿੰਦੇ ਵੀ ਕਿਸੇ ਚੀਜ਼ ਦੀ ਆਪਾਂ ਟਾਈਪ ਦੱਸਣੀ, ਕਿਸੇ ਨਵੇਂ ਚੀਜ਼ ਦੀ ਟਾਈਪ ਉਹ ਯੂਜ਼ ਕੀਤੀ ਗਈ ਸੀ। what new type ਆਪਾਂ ਲੱਭਣੀ ਹੈ, ਪ੍ਰੋਪਲਸ਼ਨ ਵਰਡ ਦਿੱਤਾ ਹੋਇਆ ਇੱਥੇ, did ਤੋਂ ਪਤਾ ਲੱਗ ਗਿਆ ਜੀ ਪਾਸ ਦੀ ਗੱਲ ਕੀਤੀ ਹੋਈ ਹੈ। ਹਾਲੈਂਡ ਕੀ ਹੈ, ਹਾਲੈਂਡ ਇੱਕ ਬੰਦੇ ਦਾ ਨਾਮ ਹੈ। so what new type of propulsion did the Holland use? Holland ਨੇ use ਕੀਤਾ, ਕਿਹਦੇ ਤੇ use ਕੀਤਾ, top of the water ਤੇ। ਸੋ ਆਪਾਂ ਨੂੰ ਆਪਣੇ ਕੀਵਰਡਸ ਮਿਲ ਗਿਆ। ਹੁਣ ਆਪਾਂ ਮੂਵ ਕਰਦੇ ਹਾਂ ਜੀ ਆਪਣੇ ਪੈਸੇਜ ਦੇ ਵੱਲ, ਫਿਰ ਆਪਾਂ ਦੇਖਦੇ ਹਾਂ ਆਪਾਂ ਨੂੰ ਆਨਸਰ ਕਿੱਥੇ ਮਿਲਦਾ ਹੈ। ਆਪਾਂ ਕੀ ਕਰਨਾ ਹੁੰਦਾ, ਆਪਾਂ ਜੋ ਸਕਿਮ ਐਂਡ ਸਕੈਨ ਕਰਨਾ ਹੁੰਦਾ ਹੈ ਜੀ। ਸੋ ਹਾਂਜੀ, ਸੋ ਆਪਾਂ ਦੇਖਦੇ ਹਾਂ ਜੀ ਇੱਥੇ ਹਾਲੈਂਡ, ਆਪਣਾ ਜਿਹੜਾ ਕੀਵਰਡ ਸੀਗਾ ਹਾਲੈਂਡ ਸੀਗਾ, ਆਪਾਂ ਨੂੰ ਪਤਾ ਲੱਗ ਗਿਆ ਜੀ ਇੱਥੇ ਹਾਲੈਂਡ ਦੀ ਗੱਲ ਕੀਤੀ ਗਈ ਹੈ, ਆਪਾਂ ਅੰਡਰਲਾਈਨ ਕਰ ਲਿੱਤਾ। ਫਿਰ ਪੜ੍ਹਦੇ ਹਾਂ ਕਿ ਕੀ ਕਹਿ ਰਿਹਾ ਹੈ। The inventor John Holland won the competition. ਉਹਨੇ competition ਜਿੱਤ ਲਿਆ ਸੀ, and it was his 6th prototype, the Holland, that the Navy bought and added to its fleet in 1900. ਇੱਥੋਂ ਤਾਂ ਆਪਾਂ ਨੂੰ ਕੁਝ ਨਹੀਂ ਪਤਾ ਲੱਗਿਆ ਹੈ ਨਾ,
this submarine was quite different, ਕਹਿੰਦੇ ਜਿਹੜੀ ਇਹਨੇ submarine ਬਣਾਈ ਨਾ ਉਹ ਬਹੁਤ ਜ਼ਿਆਦਾ ਡਿਫਰੈਂਟ ਸੀਗੀ ਕਿਹਦੇ ਤੋਂ, from the previous design, ਜਿਹੜੇ ਉਹਨੇ ਪਹਿਲਾਂ ਵਾਲੇ ਡਿਜ਼ਾਈਨ ਸੀਗੇ ਤੋਂ ਡਿਫਰੈਂਟ ਸੀਗੀ। it was propelled by, ਬੱਚੇ ਵਰਡ ਆ ਗਿਆ ਜੀ propelled, ਇੱਥੇ propelled ਕੁਝ ਸੇਮ ਹੈਗਾ propulsion ਦੇ, by a, ਕਿਹਦੇ ਤਰ੍ਹਾਂ ਕਿਹਦੇ propelled ਕੀ ਹੁੰਦਾ ਹੈ, propelled ਵਿੱਚ ਇੱਕ ਡਿਵਾਈਸ ਹੁੰਦਾ ਆ, ਇੱਕ ਚੀਜ਼ ਹੁੰਦੀ ਜਿਹਦੇ ਨਾਲ ਆਪਾਂ ਮੂਵ ਅੱਗੇ ਫਾਰਵਰਡ ਮੂਵ ਕਰਦੇ ਆ। ਸੋ ਕਿਹਦੇ ਨਾਲ ਉਹ propelled ਹੋ ਰਹੀ ਸੀਗੀ, by a gasoline engine that turned a propeller, again propeller word ਆ ਗਿਆ, while the vessel was on the surface, अपने क्वेश्चन ਵਿੱਚ ਵੀ word ਸੀਗਾ on the water surface, so it means ਆਪਾਂ ਨੂੰ clear ਹੋ ਗਿਆ it was a propelled by, ਕਿਹਦੀ ਉਹਨੇ question ਕੀ ਕਹਿ ਰਿਹਾ ਸੀਗਾ, what new type of propulsion, ਕਿਸ ਤਰੀਕੇ ਦੇ ਪ੍ਰੋਪਲਸ਼ਨ ਦੇ ਨਾਲ ਜਿਹੜੀ ਸੀਗੀ, ਮਤਲਬ ਕਿ ਹਾਲੈਂਡ ਨੇ ਯੂਜ਼ ਕੀਤਾ ਸੀਗਾ ਟਾਪ ਆਫ ਵਾਟਰ ਦੇ ਲਈ। ਉਹਨਾਂ ਨੇ ਕਿਹਾ ਉਹਨਾਂ ਨੇ ਇੱਕ ਗੈਸੋਲੀਨ ਇੰਜਨ ਡਿਸਕਵਰ ਕਰਿਆ ਸੀ ਜਿਹਦੇ ਨਾਲ ਉਹਨਾਂ ਨੇ ਕੀ ਕੀਤੀ ਸੀ, ਆਪਣੇ ਬੋਟ ਦੀ ਪ੍ਰੋਪਲਸ਼ਨਸ ਕੀਤੀਆਂ ਸੀਗੀਆਂ। ਨਾਓ ਆਪਾਂ ਮੂਵ ਕਰਦੇ ਹਾਂ ਜੀ ਆਪਣੇ ਨੈਕਸਟ ਕੁਐਸਚਨ ਦੇ ਵੱਲ। ਸੋ ਵੇਟ ਫॉर ਅ ਵਾਈਲ ਪਲੀਜ਼। yes, so our next question is, for what reason was diesel's fuel considered safer than Holland? So कह रहा है जी किस रीजन ਦੇ ਕਾਰਨ ਜਿਹੜਾ ਸੀਗਾ ਡੀਜ਼ਲ ਦਾ ਫਿਊਲ, ਡੀਜ਼ਲ ਕੀ ਹੈ ਜੀ, ਇੱਥੇ ਇੱਕ ਬੰਦੇ ਦਾ ਨਾਮ ਆ, ਠੀਕ ਹੈ, ਜਿੱਦਾਂ ਹਾਲੈਂਡ ਕਿਸੇ ਦਾ ਨਾਮ ਸੀਗਾ ਉਦਾਂ ਹੀ ਜਿਹੜਾ ਡੀਜ਼ਲ ਆ ਕਿਸੇ ਦਾ ਨਾਮ ਹੈ। for what reason, ਆਪਾਂ ਰੀਜ਼ਨ ਦੱਸਣਾ ਆ। ਡੀਜ਼ਲ ਦਾ ਫਿਊਲ ਸੀਗਾ ਉਹਨੂੰ ਕਿਹਾ ਜਾਂਦਾ ਸੀ ਉਹ ਜ਼ਿਆਦਾ ਸੇਫਰ ਆ then is used for comparison, ਉਹਨੇ ਕੀ ਕੀਤਾ, then word use ਕੀਤਾ ਕੰਪੇਅਰ ਕਰਨ ਦੇ ਲਈ। ਉਹ ਕਹਿ ਰਿਹਾ ਆ ਕੀ ਰੀਜ਼ਨ ਸੀ ਜਿਹਦੇ ਕਰਕੇ ਕਿਹਾ ਗਿਆ ਵੀ ਜਿਹੜਾ ਡੀਜ਼ਲ ਦਾ ਫਿਊਲ ਸੀਗਾ ਉਹ ਜ਼ਿਆਦਾ ਸੇਫ ਆ ਕਿਹਦੇ ਫਿਊਲ ਨਾਲੋਂ, ਹਾਲੈਂਡ ਦੇ ਫਿਊਲ ਨਾਲੋਂ। ਅਗੇਨ ਆਪਾਂ ਜਾਵਾਂਗੇ ਆਪਣੇ ਟੈਕਸਟ ਦੇ ਵੱਲ। ਸੋ ਟੈਕਸਟ ਦੇ ਵਿੱਚ ਆਪਾਂ ਨੂੰ ਪਤਾ ਆਪਾਂ ਕੀ ਕਰਨਾ ਹੁੰਦਾ ਹੈ, ਆਪਾਂ ਸਕਿਮ ਐਂਡ ਸਕੈਨ ਕਰਨਾ ਹੁੰਦਾ ਹੈ। ਜਿੱਥੇ ਆਪਾਂ ਨੂੰ ਪਿਛਲਾ ਆਨਸਰ ਮਿਲਿਆ ਹੁੰਦਾ ਆ, ਆਪਾਂ ਨੂੰ ਆਪਣਾ ਲਾਸਟ ਆਨਸਰ ਇੱਥੇ ਮਿਲਿਆ ਸੀਗਾ ਗੈਸੋਲੀਨ ਇੰਜਨ, ਇਟ ਮੀਨਸ ਜਿਹੜਾ ਆਪਣਾ ਨੈਕਸਟ ਆਨਸਰ ਹੈ ਉਹ ਆਪਣਾ ਅਗਲੇ ਪੈਰਾਗ੍ਰਾਫ ਦੇ ਵਿੱਚ ਹੋਊਗਾ। ਸੋ ਆਪਾਂ ਪੜ੍ਹਦੇ ਹਾਂ। ਸੋ ਇੱਥੇ ਆਪਾਂ ਨੂੰ ਕੀ ਵਰਡ ਮਿਲ ਗਿਆ ਜੀ, ਡੀਜ਼ਲ ਦੇ ਨਾਮ ਦਾ, ਠੀਕ ਹੈ ਜੀ। ਆਪਾਂ ਨੂੰ ਹਾਲੈਂਡ ਤਾਂ ਪਤਾ ਹੀ ਸੀਗਾ, ਹਾਲੈਂਡ ਕਿੱਥੇ ਹੈ, ਆਪਾਂ ਦੇਖਿਆ ਜੀ ਕੁਝ ਡੀਜ਼ਲ ਲਿਖਿਆ ਹੋਇਆ ਇੱਥੇ। ਸੋ ਆਪਾਂ ਪੜ੍ਹ ਲੈਂਦੇ ਹਾਂ ਕੀ ਕਹਿ ਰਿਹਾ ਉਹ। During the same period as Holland efforts were being trialed, a German scientist by the name Diesel, ਕਹਿੰਦੇ ਜਰਮਨ ਸਾਇੰਟਿਸਟ ਜਿਹਦਾ ਨਾਮ ਕੀ ਸੀਗਾ ਡੀਜ਼ਲ, ਉਹਨੇ ਕੀ ਕੀਤਾ, created an engine, ਉਹਨੇ ਇੱਕ ਇੰਜਨ ਕ੍ਰੀਏਟ ਕੀਤਾ which used a fuel, fuel ਦੀ ਗੱਲ ਹੋ ਗਈ, ਕੁਐਸਚਨ ਦੇ ਵਿੱਚ ਵੀ fuel ਦੀ ਗੱਲ ਕੀਤੀ ਗਈ ਸੀਗੀ। ਉਹਨੇ ਇੱਕ fuel use ਕੀਤਾ ਕਾਹਦੇ ਲਈ, ਉਹ fuel ਕੀ ਸੀਗਾ, less explosive, ਠੀਕ ਹੈ ਜੀ। ਉਹ fuel ਕੀ ਸੀਗਾ ਜੀ, ਉਹ fuel ਸੀਗਾ ਆਪਣਾ less explosive। then gasoline, ਉਹ ਕਹਿ ਰਿਹਾ ਜਿਹੜਾ ਉਹਨੇ fuel use ਕੀਤਾ ਉਹ ਕੀ ਸੀਗਾ, ਘੱਟ ਐਕਸਪਲੋਸਿਵ ਸੀਗਾ, ਯਾਨੀ ਕਿ ਉਹਦੇ ਨਾਲ ਜਿਹੜਾ ਉਹਨੂੰ ਅੱਗ ਲੱਗਣ ਦਾ ਜਿਹੜਾ ਖਤਰਾ ਸੀਗਾ ਉਹ ਘੱਟ ਸੀਗਾ ਕਿਹਦੇ ਕੰਪੈਰੀਜ਼ਨ ਦੇ ਵਿੱਚ, ਗੈਸੋਲੀਨ ਦੇ ਵਿੱਚ, ਐਂਡ ਵਿਚ ਕੁਡ consequently be stored safely, ਸੇਫਟੀ ਦੀ ਗੱਲ ਆ ਗਈ, ਕੰਪੈਰੀਜ਼ਨ ਦੀ ਗੱਲ ਆ ਗਈ, ਡੀਜ਼ਲ ਦੀ ਗੱਲ ਆ ਗਈ। ਸੋ ਆਪਾਂ ਕੀ ਕੀਤਾ, ਆਪਾਂ ਸਿਰਫ ਆਪਣੇ ਕੀਵਰਡਸ ਮੈਚ ਨਹੀਂ ਕੀਤੇ, ਆਪਾਂ ਕੀਵਰਡਸ ਦਾ ਮਤਲਬ ਵੀ ਮੈਚ ਕੀਤਾ ਆ। ਸੋ ਬੱਚੇ ਆਈ ਹੋਪ ਤੁਹਾਨੂੰ ਜਿਹੜੇ ਕੁਐਸਚਨ ਸੀਗੇ ਸਮਝ ਆ ਗਏ ਹੋਣਗੇ। ਨਾਓ ਆਪਾਂ ਹੁਣ ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਸੋ ਹਾਂਜੀ ਬੱਚੇ ਹੁਣ ਆ ਜਿਹੜਾ ਆਪਣਾ ਕੁਐਸਚਨ ਹੈ ਨਾ, ਇਹ ਕੁਐਸਚਨ ਕੀ ਕਹਿ ਰਿਹਾ ਹੈ, ਲੇਬਲ ਦਾ ਡਾਇਗਰਾਮ ਬਿਲੋ। ਹਾਂਜੀ ਕੀ ਕਹਿ ਰਿਹਾ ਹੈ ਜੀ, ਲੇਬਲ ਦਾ ਡਾਇਗਰਾਮ ਬਿਲੋ। ਹੁਣ ਮੇਰੇ ਕੋਲ ਬਹੁਤ ਸਾਰੇ ਮੈਸੇजेस ਆਉਂਦੇ ਆ ਕਿ ਮੈਮ ਜਿਹੜੇ ਫਿਲਪਸ ਆ ਚਲੋ ਕੁਝ ਹੱਦ ਤੱਕ ਸਮਝ ਆ ਜਾਂਦੇ ਆ, ਪਰ ਜਿਹੜੀ ਲੇਬਲਿੰਗ ਕਰਨੀ ਹੁੰਦੀ ਹੈ ਨਾ ਬਿਲਕੁਲ ਵੀ ਸਮਝ ਨਹੀਂ ਆਉਂਦੀ ਜੀ ਕਿੱਦਾਂ ਕਰਨੀ ਹੈ। ਸੋ ਆਪਣੇ ਜਿਹੜੇ ਕੁਐਸਚਨ ਕਹਿ ਰਿਹਾ ਜੀ no more than 2 words, ਇਟ ਮੀਨਸ ਜਿਹੜੀ ਲੇਬਲਿੰਗ ਕਰਨੀ ਉਹਦੇ ਵਿੱਚ ਆਪਾਂ 2 ਤੋਂ ਵੱਧ ਜਿਹੜੇ ਵਰਡਸ ਹੈਗੇ ਆਪਾਂ ਨਹੀਂ ਲਿਖਣੇ। ਸੋ ਆਪਾਂ ਆਪਣੇ ਡਾਇਗਰਾਮ ਵੱਲ ਮੂਵ ਕਰਦੇ ਹਾਂ, ਆਪਾਂ ਦੇਖਦੇ ਹਾਂ। ਸੌਰੀ ਹਾਂਜੀ, ਸੋ ਇਹ ਰਿਹਾ ਆਪਣਾ ਡਾਇਗਰਾਮ। ਆਈ ਹੋਪ ਤੁਹਾਨੂੰ ਕਲੀਅਰ ਹੋਊਗਾ। ਸੋ ਆਪਾਂ ਡਾਇਗਰਾਮ ਬਣਿਆ ਕਿਦਾਂ ਦਾ ਹੋਇਆ ਹੁਣ ਆਪਾਂ ਦੇਖਾਂਗੇ ਜੀ। ਆਈ ਥਿੰਕ ਇੱਕ ਸੌਰਟ ਆਫ ਐਰੋਪਲੇਨ ਜੇ ਵਰਗੀ ਦੀ ਸ਼ੇਪ ਆ ਹਨਾ, ਜਿਹਨੂੰ ਆਪਾਂ ਸਬਮਰੀਨ ਬੋਲਦੇ ਆ ਬਿਕਾਜ਼ ਜਿਹੜਾ ਆਪਣਾ ਇਹ ਐਸੇ ਆ ਸਬਮਰੀਨ ਦੇ ਉੱਤੇ ਆ। ਸੋ ਅਗਰ ਆਪਾਂ ਦੇਖੀਏ ਆ ਕੁਛ ਜਿਹੜਾ ਪਾਰਟ ਆ ਲੰਬਾ ਜਿਹਾ ਪਾਰਟ, ਇਹਦੇ ਤੇ ਇੱਕ ਐਰੋ ਲੱਗਿਆ ਹੋਇਆ, ਠੀਕ ਹੈ ਜੀ। ਬਹੁਤ ਵੱਡਾ ਜਿਹਾ ਪਾਰਟ ਹੈ, ਇੱਕ ਆਪਾਂ ਆਹ ਦੇਖਣਾ ਵੀ ਆਹ ਕੀ ਚੀਜ਼ ਹੈ। ਫਿਰ ਐਂਡ ਵਾਲੇ 2 ਪਾਰਟਸ ਨੇ, ਇੱਕ ਆ ਐਂਡ ਵਾਲਾ ਪਾਰਟ ਹੈ ਜਿਹਨੂੰ ਆਪਾਂ 11th ਨੰਬਰ ਤੇ ਦਿੱਤੀ ਹੋਈ ਆ,
ਜਿਹੜੀ ਫਿਲਿੰਗ ਦਾ ਬਲੈਂਕਸ, ਇੱਕ ਆ ਹੈ ਸਾਈਡ ਵਾਲੇ ਪਾਰਟਸ, ਠੀਕ ਹੈ ਜੀ, ਇਹ 12th ਆਪਣਾ ਬਲੈਂਕ ਹੈ। ਜਿਹੜੇ ਉੱਪਰ ਇੱਕ ਐਂਟੀਨਾ ਜਾਂ ਨਿਕਲ ਰਿਹਾ, ਇੱਕ ਤੇ ਆਪਾਂ ਐਰੋ ਲਾਉਣੀ ਆ। ਹੁਣ ਇੱਕ ਆ ਹੈ ਵੀ ਸਭ ਤੋਂ ਫਰੰਟ ਪਾਰਟ, ਠੀਕ ਹੈ ਜੀ, ਆਪਾਂ ਦੇਖਣਾ ਹੁੰਦਾ ਪਰ ਡਾਇਗਰਾਮ ਦੇ ਵਿੱਚ ਆਪਾਂ ਲੇਬਲ ਕਰਨਾ ਕੀ ਹੈ। ਜਿਹੜਾ ਆਪਣਾ ਆ ਫਰੰਟ ਪਾਰਟ ਹੈ ਹਨਾ, ਇੱਕ ਆਪਾਂ ਲਾਈਨ ਆਪਾਂ ਇੱਥੇ ਦਿੱਤੀ ਹੋਈ ਆ, ਤੇ ਇੱਕ ਜਿਹੜੇ ਦੋ ਉੱਪਰੋਂ ਦੀ ਐਂਟੀਨੇ ਜੋ ਨਿਕਲ ਰਹੇ ਆ ਹਨਾ, ਇੱਕ ਫਰੰਟ ਵਾਲਾ ਇੱਕ ਬੈਕ ਵਾਲਾ, ਇੱਕ ਆਪਾਂ ਨੂੰ ਲੇਬਲ ਕਰਨਾ ਹੈ। ਇਟ ਮੀਨਸ ਇੱਕ ਸਬਮਰੀਨ ਦਿੱਤੀ ਹੋਈ ਹੈ, ਆਪਾਂ ਉਹਦੇ ਪਾਰਟਸ ਨੂੰ ਲੇਬਲ ਕਰਨਾ ਹੈ। ਸੋ ਆਪਾਂ ਆਪਣੇ ਪੈਸੇਜ ਵਿੱਚ ਜਾਵਾਂਗੇ, ਆਪਾਂ ਦੇਖਾਂਗੇ ਵੀ ਇਹਦੇ ਬਾਰੇ ਆਪਾਂ ਨੂੰ ਕਿੱਥੇ ਦਿੱਤਾ ਹੋਇਆ ਵੀ ਜਿਹੜੀ ਸਬਮਰੀਨ ਹੈ ਉਹ ਕਿੱਦਾਂ ਬਣੀ ਹੋਈ ਸੀਗੀ, ਠੀਕ ਹੈ ਜੀ। ਹੁਣ ਇੱਥੇ ਆਪਾਂ ਨੂੰ ਮਿਲ ਗਿਆ ਜੀ ਇਹ ਆਪਣਾ। ਸੋ ਹਨ ਦੇਖੋ ਉਹਨਾਂ ਨੇ ਬੋਲਿਆ ਹੈ there have been many adaptations and technological improvements made to submarines। ਉਹ ਕਹਿ ਰਿਹਾ ਵੀ ਨਾ ਬਹੁਤ ਸਾਰੀਆਂ adaptations ਹੋਈਆਂ, ਬਹੁਤ ਸਾਰੇ changes ਹੋਏ, ਕਿਹਦੇ ਵਿੱਚ ਹੋਏ, submarines ਦੇ ਵਿੱਚ ਹੋਏ over the years, ਬਹੁਤ ਸਾਲ ਲੱਗ ਗਏ, adaptations ਹੋਈਆਂ, but the shape is basically the same। ਕਹਿੰਦੇ but ਜਿਹੜੀ ਦੀ shape ਸੀਗੀ ਉਹ basically same ਰਹੀ। obviously it is a totally enclosed craft। ਕਹਿੰਦੇ ਕਿ ਨਾ ਇਹ ਇੱਕ enclosed ਬੰਦ ਸੀਗਾ, ਠੀਕ ਹੈ, craft ਸੀਗਾ ਇਹ, ਸਿਗਾਰ ਸ਼ੇਪ, ਇਹ ਜਿਹੜੀ ਸ਼ੇਪ ਸੀਗੀ ਸਿਗਾਰ ਵਰਗੀ ਸੀ, ਤੇ ਨੈਰੋ ਐਂਡਸ, ਜਿਹੜੇ ਦੇ ਐਂਡ ਸੀਗੇ ਨੈਰੋ ਸੀ। ਆਪਾਂ ਦੇਖ ਲਿੱਤੇ ਵੀ ਇੱਕ ਸੌਰਟ ਆਫ ਐਰੋਪਲੇਨ ਜੇ ਵਰਗਾ ਆ, ਜਿਹਦੇ ਐਂਡਸ ਕੀ ਸੀਗੇ, ਨੈਰੋ ਸੀਗੇ। ਨਾਓ the outer hull is the largest part of the boat। ਹੁਣ ਇੱਥੇ ਕਹਿ ਰਿਹਾ ਜੀ ਲਾਰਜੈਸਟ ਪਾਰਟ ਕੀ ਹੈ ਜੀ, ਆਊਟਰ ਹਲ ਹੈ, ਐਂਡ ਫੋਰਮਸ ਦਾ ਬੋਡੀ, ਤੇ ਜਿਹੜਾ ਕੀ ਬਣਾਉਂਦਾ ਹੈ ਉਹਦੀ ਬੋਡੀ ਨੂੰ ਫਾਰਮ ਕਰਦਾ ਆ। ਸੋ ਥੋੜਾ ਜਿਹਾ ਅਗਰ ਆਪਾਂ ਸੋਚੀਏ, ਪਿੱਛੇ ਜਾਈਏ, ਆਪਾਂ ਦੇਖਿਆ ਸੀ ਡਾਇਗਰਾਮ ਦੇ ਵਿੱਚ ਕਿ ਜਿਹੜਾ ਸਭ ਤੋਂ ਲਾਰਜੈਸਟ ਪਾਰਟ ਸੀਗਾ ਉਹਨਾਂ ਨੇ ਉੱਥੇ ਦਿੱਤੀ ਹੋਈ ਸੀ ਆਪਾਂ ਨੂੰ ਐਰੋ ਲਗਾਉਣੀ, ਬਟ ਸਟਿਲ ਅਗਰ ਆਪਾਂ ਨੂੰ ਜੇ ਕਨਫਿਊਜ਼ਨ ਹੈ ਆਪਾਂ ਅੱਗੇ ਪੜ੍ਹ ਲੈਂਦੇ ਆ। ਸੋ ਕਹਿ ਰਿਹਾ the inner hull is designed to resist the considerable water pressure। ਕਹਿੰਦੇ ਜਿਹੜਾ ਆਊਟਰ ਹਲ ਸੀਗਾ ਉਹਨੇ ਤਾਂ ਕੀ ਬਣਾਤੀ, ਉਹਨੇ ਇੱਕ ਬੋਡੀ ਬਣਾ ਦਿੱਤੀ ਜੀ, ਬਟ ਜਿਹੜਾ ਇਨਰ ਹਲ ਸੀਗਾ ਉਹਨੂੰ ਡਿਜ਼ਾਈਨ ਕਿਸ ਤਰੀਕੇ ਨਾਲ ਕੀਤਾ ਗਿਆ ਸੀਗਾ ਤਾਂ ਕਿ ਉਹ ਰੈਜ਼ਿਸਟ, ਰੋਕ ਸਕੇ, ਕਿਹਨੂੰ ਰੋਕ ਸਕੇ, ਵਾਟਰ ਨੂੰ ਰੋਕ ਸਕੇ, ਜਿਹੜਾ ਵਾਟਰ ਦਾ ਪ੍ਰੈਸ਼ਰ ਆ, ਐਂਡ insulates the crew from the cold, ਤਾਂ ਕਿ ਜਿਹੜੇ crew members ਆ, ਜਿਹੜੇ ਉਹਦੇ ਵਿੱਚ ਬੰਦੇ ਬੈਠੇ ਹੋਏ ਉਹਨੂੰ ਚਲਾ ਰਹੇ ਆ, ਉਹਨਾਂ ਨੂੰ ਠੰਡ ਨਾ ਲੱਗ ਜਾਏ, ਉਹਨਾਂ ਉੱਤੇ ਪਾਣੀ ਨਾ ਡਾਇਰੈਕਟ ਪੈ ਜਾਏ। ਸੋ ਉਹਨਾਂ ਦੀ ਸੇਫਟੀ ਲਈ ਬਣਾਇਆ ਗਿਆ ਸੀਗਾ ਕੀ, ਇਨਰ ਹਲ। ਆਊਟਰ ਹਲ ਤਾਂ ਉਹਦੀ ਬੋਡੀ ਸੀਗੀ, ਇਨਰ ਹਲ ਇਸ ਪਰਪਸ ਲਈ ਬਣਾਇਆ ਗਿਆ ਸੀਗਾ। ਦਿਸ ਇਜ਼ ਵੇਅਰ ਦ ਕ੍ਰਿਊ ਵਰਕਸ। ਕਹਿੰਦੇ ਇਹ ਇਨਰ ਹਲ ਦੇ ਵਿੱਚ ਜਿਹੜੇ ਕ੍ਰਿਊ ਸੀਗੇ ਖਾਂਦੇ ਸੀ, ਕ੍ਰਿਊ ਮੈਂਬਰਸ ਖਾ ਰਹੇ ਸੀਗੇ, ਐਂਡ ਉਹ ਸੌਂਦੇ ਸੀ, ਐਂਡ ਉਹ ਆਪਣਾ ਕੰਮ ਕਰਦੇ ਸੀਗੇ। ਸੋ ਇਟ ਆਲਸੋ ਕੰਟੇਨਸ ਦ ਇੰਜਨ ਰੂਮ। ਕਹਿੰਦੇ ਇਹਦੇ ਵਿੱਚ ਹੋਰ ਕੀ ਸੀਗਾ, ਇਹਦੇ ਵਿੱਚ ਇੱਕ ਇੰਜਨ ਰੂਮ ਵੀ ਸੀਗਾ, ਐਂਡ ਦ ਆਪਰੇਟਸ ਦੈਟ ਮੇਕਸ ਕਲੀਨ ਏਅਰ। ਕਹਿੰਦੇ ਇੱਕ ਐਦਾਂ ਦਾ ਆਪਰੇਟਰ, ਇੱਕ ਐਸਾ ਇਹਦੇ ਵਿੱਚ ਇੱਕ ਆਪਰੇਟਸ ਲੱਗਿਆ ਹੋਇਆ ਸੀਗਾ ਜਿਹੜਾ ਹਵਾ ਨੂੰ ਕੀ ਕਰਦਾ ਸੀਗਾ, ਉਹ ਕਲੀਨ ਕਰਦਾ ਸੀਗਾ, ਐਂਡ ਪਾਣੀ ਨੂੰ ਵੀ ਉਹ ਕਲੀਨ ਕਰਦਾ ਸੀ। ਬਿਟਵੀਨ ਦ ਹਲਸ, ਕਹਿੰਦੇ ਜਿਹੜੇ ਹਲ ਸੀ, ਆਊਟਰ ਹਲ ਤੇ ਇਨਰ ਹਲ, ਠੀਕ ਹੈ, ਉਹਦੇ ਵਿੱਚ ਕੀ ਸੀਗਾ, ਇੱਕ ਟੈਂਕ ਸੀਗਾ, ਕਾਦੇ ਲਈ, ਬਿਓਂਸੀ ਨੂੰ ਕੰਟਰੋਲ ਕਰਨ ਦੇ ਲਈ। ਬਿਓਂਸੀ ਕੀ ਹੁੰਦੀ ਹੈ, ਵੀ ਜਿਹੜੀ ਉਹ ਪਾਣੀ ਉੱਤੇ ਫਲੋਟ ਕਰ ਸਕੇ ਈਜ਼ੀਲੀ, ਉਹ ਸਿੰਕ ਨਾ ਕਰ ਸਕੇ, ਉਹ ਪਾਣੀ ਦੇ ਵਿੱਚ ਡੁੱਬ ਨਾ ਜਾਏ, ਜਿਹੜੀ ਆਪਣੀ ਸਬਮਰੀਨ ਸੀਗੀ। ਸੋ देयर इज अ ਟਾਲ ਫਿਨ ਸ਼ੇਪਡ ਸੇਲ। ਕਹਿੰਦੇ ਇੱਕ ਨਾ ਟਾਲ, ਬਹੁਤ ਹੀ ਲੰਬਾ, ਫਿਨ ਕੀ ਹੁੰਦਾ, ਜਿਵੇਂ ਤੁਸੀਂ ਮੱਛਲੀ ਦੇਖੀ ਹੋਊਗੀ ਹਨਾ, ਉਹਦੇ ਉੱਪਰ ਏਦਾਂ ਏਦਾਂ ਦੇ ਪੰਖ ਬਣੇ ਹੁੰਦੇ, ਜਿਵੇਂ ਆ ਫਿਸ਼ ਹੈ, ਲੈਟ ਅਸ ਸਪੋਜ਼, ਤੇ ਉੱਤੇ ਜਿਹੜੇ ਆ ਫਿਨ ਬਣੇ ਹੁੰਦੇ ਇਹਦੇ ਆ, ਠੀਕ ਹੈ, ਇਹਨੂੰ ਆਪਾਂ ਫਿਨਸ ਬੋਲ ਦਿੰਦੇ ਆ। ਆਪਣੀ ਸਬਮਰੀਨ ਵੀ ਕੁਝ ਇਸ ਤਰੀਕੇ ਦੀ ਸੀਗੀ। ਹੁਣ ਉਹ ਕੀ ਕਹਿ ਰਿਹਾ ਕਿ ਇਹਦੇ ਉੱਤੇ ਕੀ ਸੀਗਾ, ਫਿਨ ਸ਼ੇਪ ਸੇਲ ਸੀਗਾ, that comes out of the hull। ਕਹਿੰਦੇ ਉਹ ਹਲ ਹੈ ਜਿਹੜਾ ਆਪਾਂ ਨੂੰ ਪਤਾ ਸੀ ਇਹ ਆਊਟਰ ਹਲ ਹੈ, ਇਹਦੇ ਅੰਦਰ ਇੱਕ ਇਨਰ ਹਲ ਹੋਊਗਾ। ਕਹਿੰਦੇ ਇਹਦੇ ਉੱਤੋਂ ਇੱਕ ਬਾਹਰ ਕੀ ਆ ਰਹੇ ਹੋਣਗੇ, ਇੱਕ ਫਿਨ ਸ਼ੇਪਡ ਸੇਲ that comes out of the hull। inside the sail is the conning tower। ਕਹਿੰਦੇ ਇਸ ਸੇਲ ਦੇ ਅੰਦਰ ਕੀ ਹੋਊਗਾ, ਇੱਕ ਟਾਵਰ ਹੋਊਗਾ, and extending from this to the fore। ਬੱਚੇ forward ਆਪਾਂ ਕਿਉਂ ਲਗਾਉਂਦੇ ਆ, ਆਪਾਂ ਲਿਖਦੇ ਹਾਂ ਟਾਸਕ 2 ਦੇ ਵਿੱਚ, first and the foremost reason is, foremost ਯਾਨੀ ਕਿ ਸਭ ਤੋਂ ਪਹਿਲਾਂ, it means ਜਿਹੜਾ ਸਭ ਤੋਂ ਪਹਿਲਾਂ ਕੀ ਹੈ, there is a periscope। ਉਹ ਕਹਿੰਦੇ ਜਿਹੜਾ ਸਭ ਤੋਂ ਪਹਿਲਾਂ ਹੋਊਗਾ ਉਹ ਕੀ ਹੋਊਗਾ, periscope ਹੋਊਗਾ, through which the captain can see the sea। ਬੱਚੇ ਆਪਾਂ ਦੇਖਿਆ ਸੀ ਜਿਹੜਾ ਡਾਇਗਰਾਮ ਬਣਿਆ ਹੋਇਆ ਸੀ, ਉਹਦੇ ਵਿੱਚ ਦੋ ਐਂਟੀਨਾਸ ਬਾਹਰ ਆ ਰਹੇ ਸੀਗੇ। ਇਟ ਮੀਨਸ ਜਿਹੜਾ ਅੱਗੇ ਵਾਲਾ ਹੋਊਗਾ, ਸਭ ਤੋਂ ਪਹਿਲਾਂ ਆਹ ਵਾਲਾ ਸੀਗਾ, ਉਹ ਕੀ ਹੋਊਗਾ, ਆਪਾਂ ਨੂੰ ਪਤਾ ਉਹ ਪੈਰੀਸਕੋਪ ਹੋ ਸਕਦਾ ਹੈ। ਕਿਉਂ, ਕਿਉਂਕਿ ਉਹਦੇ ਵਿੱਚੋਂ ਕੀ ਕਰ ਸਕਦਾ, ਜਿਹੜਾ ਕੈਪਟਨ ਆ, ਜਿਹੜਾ ਕ੍ਰੂ ਮੈਂਬਰ ਆ, ਉਹ ਦੇਖ ਸਕਦਾ ਪਾਣੀ ਵਿੱਚ, ਕਿਉਂਕਿ ਉਹਨੇ ਬੋਟ ਡਰਾਈਵ ਕਰਨੀ ਆ। ਐਂਡ ਵੈਨ ਦ ਸਬਮਰੀਨ ਇਜ਼ ਨੀਅਰ ਦ ਸਰਫੇਸ ਆਫ ਦ ਵਾਟਰ, ਸੋ sonar is used for navigation। sonar ਨੂੰ ਕਾਹਦੇ ਲਈ ਯੂਜ਼ ਕਰਦੇ ਸੀ, ਨੈਵੀਗੇਸ਼ਨ ਕਰਨ ਦੇ ਲਈ ਯੂਜ਼ ਕਰਦੇ ਸੀਗੇ। deep below the surface, the other projection from the conning tower is the radio antenna। ਕਹਿੰਦੇ ਇੱਕ ਤਾਂ ਜਿਹੜਾ ਸੀਗਾ ਉਹ ਪੈਰੀਸਕੋਪ ਸੀਗਾ, ਬਟ ਜਿਹੜੀ ਦੂਜੀ ਪ੍ਰੋਜੈਕਸ਼ਨ ਸੀਗੀ, ਦੋ ਪ੍ਰੋਜੈਕਸ਼ਨਸ ਨਿਕਲ ਕੇ ਆ ਰਹੀਆਂ ਸੀ, ਦੂਜੀ ਵਾਲੀ ਕਿਹੜੀ ਸੀਗੀ ਜੀ, ਉਹ ਰੇਡੀਓ ਐਂਟੀਨਾ ਸੀ। ਫਿਰ ਅੱਗੇ ਉਹ ਕੀ ਕਹਿ ਰਿਹਾ, ਅੰਡਰ ਵਾਟਰ देयर आर 2 ਕੰਟਰੋਲਸ ਫॉर ਸਟੀਅਰਿੰਗ ਦ ਸਬਮਰੀਨ। ਉਹ ਕਹਿ ਰਿਹਾ ਵੀ ਅਗਰ ਆਪਾਂ ਅੰਡਰ ਵਾਟਰ ਗੱਲ ਕਰੀਏ ਤਾਂ ਉੱਥੇ ਕੀ ਸੀਗਾ, ਦੋ ਕੰਟਰੋਲ ਸੀਗੇ ਸਬਮਰੀਨ ਨੂੰ ਸਟੀਅਰਿੰਗ ਕਰਨ ਦੇ ਲਈ, ਯਾਨੀ ਕਿ ਉਹਦਾ ਸਟੀਅਰਿੰਗ ਨੂੰ ਮੋੜਨ ਦੇ ਲਈ ਦੋ ਕੰਟਰੋਲ ਸੀਗੇ, ਦ ਰਡਰ
ठीक है। रडर की सीगा लाइक अ टेल फिन, ਜਿਹੜਾ ਰਡਰ ਸੀਗਾ ਉਹ ਕਿੱਦੀ ਤਰ੍ਹਾਂ ਦਿਖਦਾ ਸੀਗਾ, ਉਹ ਦਿਖਦਾ ਸੀਗਾ ਜੀ ਇੱਕ ਟੇਲ ਦੇ ਫਿਨ ਦੀ ਤਰ੍ਹਾਂ, ਠੀਕ ਹੈ ਜੀ। ਸੋ ਉਹ ਜਿਹੜਾ ਰਡਰ ਸੀਗਾ ਲਾਈਕ ਅ ਟੇਲ ਫਿਨ ਸੀਗਾ, ਕੰਟਰੋਲ ਸਾਈਡ ਟੂ ਸਾਈਡ ਮੂਵਮੈਂਟ। ਹੁਣ ਆਪਾਂ ਦੇਖਿਆ ਸੀਗਾ ਜੀ ਆਪਣੀ ਜਿਹੜਾ ਡਾਇਗਰਾਮ ਸੀ ਕੁਝ ਇਦਾਂ ਦਾ, ਉਹਦੇ ਸਾਈਡ ਤੇ ਵੀ ਕੋਈ ਲੇਬਲਿੰਗ ਕੀਤੀ ਹੋਈ ਸੀ, ਤੇ ਇੱਥੇ ਕਹਿ ਰਹੇ, ਇੱਥੇ ਇਹ ਦੱਸ ਵੀ ਰਿਹਾ ਜਿਹੜਾ ਰਡਰ ਸੀਗਾ ਕਾਦੇ ਲਈ ਯੂਜ਼ ਹੋ ਰਿਹਾ ਸੀਗਾ, ਉਹ ਸਾਈਡ ਟੂ ਸਾਈਡ ਮੂਵਮੈਂਟਸ ਨੂੰ ਕੰਟਰੋਲ ਕਰਨ ਦੇ ਲਈ। ਐਂਡ ਦ ਡਾਈਵਿੰਗ ਪਲੇਨ ਇਨਫਲੂਐਂਸ ਰਾਈਜ਼ ਐਂਡ ਡੀਸੈਂਟ, ਕਹਿੰਦੇ ਕੁਝ ਡਾਈਵਿੰਗ ਪਲੇਨ ਵਰਗਾ ਵੀ ਕੋਈ ਉਹਦੇ ਵਿੱਚ ਇੱਕ ਪਾਰਟ ਸੀਗਾ ਜਿਹੜਾ ਕੀ ਕਰ ਰਿਹਾ ਸੀ, ਉਹ ਜਿਹੜੀ ਸਬਮਰੀਨ ਹੈ ਜਦੋਂ ਥੋੜੀ ਉੱਪਰ ਜਾਂਦੀ ਸੀ, ਜਦੋਂ ਡਿਸੈਂਟ ਨੀਚੇ ਜਾਂਦੀ ਸੀ, ਉਹਨੂੰ ਕੰਟਰੋਲ ਕਰਦਾ ਸੀ ਉਹ। देयर आर 2 ਸੈਟਸ ਆਫ ਡਾਈਵਿੰਗ ਪਲੇਨਸ, ਉਹ ਕਹਿੰਦੇ ਜਿਹੜੇ ਡਾਈਵਿੰਗ ਪਲੇਨ ਦੇ 2 ਸੈਟ ਸੀਗੇ, ਜਿਹੜਾ ਅੱਗੇ ਵਾਲਾ ਸੀਗਾ ਉਹਨੂੰ ਆਪਾਂ ਕੀ ਬੋਲਦੇ ਆ, ਸੇਲ ਪਲੇਨ, ਤੇ ਜਿਹੜਾ ਜਾਂ ਫਿਰ ਉਹਨੂੰ ਆਪਾਂ ਸਟੈਮ ਪਲੇਨ which are located at the back। ਅੱਗੇ ਵਾਲੇ ਨੂੰ ਆਪਾਂ ਸੇਲ ਪਲੇਨ ਕਹਿੰਦੇ ਆ, ਪਿੱਛੇ ਵਾਲੇ ਨੂੰ ਆਪਾਂ ਸਟੈਮ ਪਲੇਨ ਕਹਿੰਦੇ ਆ। ਜਿਹੜਾ ਕਿਹਦੇ ਨਾਲ ਲੱਗਿਆ ਹੋਇਆ ਆ, ਜਿਹੜਾ ਕਿਹਦੇ ਨਾਲ ਪ੍ਰੈਜ਼ੈਂਟ ਆ, ਜਿਹੜਾ ਰਡਰ ਤੇ ਪ੍ਰੋਪੈਲਰ ਦੇ ਨਾਲ ਪ੍ਰੈਜ਼ੈਂਟ ਆ। ਸੋ ਆਪਾਂ ਨਾ ਸਮਝ ਲਿਆ ਜੀ ਕਿੱਦਾਂ ਕਿੱਦਾਂ ਸੀਗਾ ਆਪਣਾ ਸਾਰਾ ਕੁਝ, ਠੀਕ ਹੈ ਜੀ। ਆਪਾਂ ਆਪਣੀ ਜਿਹੜੀ ਸਮਰੀ ਸੀਗੀ ਟੈਕਸਟ ਦੀ ਆਪਾਂ ਟ੍ਰਾਂਸਲੇਟ ਕਰ ਲਿੱਤੀ। ਹੁਣ ਆਪਾਂ ਨਾ ਆਪਣੇ ਜਿਹੜੇ ਡਾਇਗਰਾਮ ਆ ਉਹਦੇ ਵੱਲ ਜਾਂਦੇ ਆ। ਆਲਰਾਈਟ, ਸੋ ਜਿਹੜਾ ਆਪਣਾ ਡਾਇਗਰਾਮ ਬਣਿਆ ਹੋਇਆ ਸੀਗਾ, ਹੇਅਰ ਇਟ ਇਜ਼। ਸੋ ਆਪਾਂ ਜਿਹੜਾ ਪੜਿਆ ਸੀਗਾ, ਇਹ ਦੇਖੋ ਇੱਕ ਤਰ੍ਹਾਂ ਦਾ ਐਰੋਪਲੇਨ ਵਰਗੀ ਇਹ ਪਿਕਚਰ ਹੈਗੀ ਹੈ। ਆਪਾਂ ਪੜ ਕੇ ਹਟੇ ਸੀਗੇ ਜੀ, ਉਹਦੇ ਵਿੱਚ ਜਿਹੜਾ ਉਹਦਾ ਆਊਟਰ ਹਲ ਹੈ, ਆਊਟਰ ਹਲ ਹੈ ਜਿਹੜਾ ਕੀ ਬਣਾ ਰਿਹਾ, ਉਹ ਬੋਡੀ ਨੂੰ ਬਣਾ ਰਿਹਾ। ਇਟ ਮੀਨਸ ਜਿਹੜਾ ਦਾ ਆਨਸਰ ਹੋ ਸਕਦਾ ਉਹ ਕੀ ਹੋ ਸਕਦਾ, ਆਪਾਂ ਨੂੰ ਥੋੜਾ ਕਲੀਅਰ ਹੋ ਗਿਆ ਇੱਥੋਂ ਦੀ ਵੀ ਜਿਹੜਾ ਆਊਟਰ ਪਾਰਟ ਹੈ, ਜਿਹੜਾ ਤੇ ਸਭ ਤੋਂ ਲਾਰਜੈਸਟ ਪਾਰਟ ਹੈ, ਆਪਾਂ ਨੂੰ ਦਿਖ ਰਿਹਾ ਸਭ ਤੋਂ ਵੱਡਾ ਪਾਰਟ ਇੱਥੇ ਆਈ ਹੈ। ਇਟ ਮੀਨਸ ਜਿਹੜਾ ਦਾ ਆਨਸਰ ਹੋਊਗਾ ਜੀ ਉਹ ਆਪਣਾ ਹੋ ਜਾਊਗਾ ਜੀ ਆਊਟਰ ਹਲ, ਠੀਕ ਹੈ ਜੀ। ਫਿਰ ਆਪਾਂ ਇੱਕ ਚੀਜ਼ ਪੜ੍ਹੀ ਸੀਗੀ ਕਿ ਇਹਦੇ ਨਾ 2 ਪਲੇਨਸ ਨੇ, ਇੱਕ ਅੱਗੇ ਵਾਲੀ ਸਾਈਡ ਹੈ, ਇੱਕ ਦੀ ਪਿੱਛੇ ਵਾਲੀ ਸਾਈਡ ਹੈ। ਜਿਹੜਾ ਅੱਗੇ ਵਾਲਾ ਸੀਗਾ ਉਹਨਾਂ ਨੇ ਨਾਮ ਦਿੱਤਾ ਸੀਗਾ ਉਹਦਾ ਸੇਲ ਪਲੇਨ। ਇਟ ਮੀਨਸ ਸਭ ਤੋਂ ਅੱਗੇ ਵਾਲਾ ਪਾਰਟ ਇਹੀ ਹੈ, ਇਹਨੂੰ ਆਪਾਂ ਕੀ ਕਵਾਂਗੇ, ਸੇਲ ਪਲੇਨ। ਤੇ ਉਹਨੇ ਕਿਹਾ ਸੀ ਜਿਹੜਾ ਪਿੱਛੇ ਵਾਲਾ ਪਾਰਟ ਹੈ ਜੀ, ਠੀਕ ਹੈ, ਉਹਨੂੰ ਆਪਾਂ ਕੀ ਬੋਲ ਦਾਂਗੇ, ਸਟੈਮ ਪਲੇਨ। ਉਹਨਾਂ ਨੇ ਕਿਹਾ ਸੀ ਆਪਾਂ ਨੂੰ ਇਹ ਗੱਲ, ਆਪਾਂ ਹੁਣੇ ਪੜ੍ਹ ਕੇ ਹਟੇ, ਜਿਹੜਾ ਪਿੱਛੇ ਵਾਲਾ ਪਾਰਟ ਹੈ ਉਹ ਸਟੈਮ ਪਲੇਨ ਆ। ਫਿਰ ਉਹਨਾਂ ਨੇ ਕਿਹਾ ਸੀ ਇੱਕ ਰਡਰ ਲੱਗਿਆ ਹੋਇਆ ਹੈ, ਜਿਹੜੀ ਉਹਦੀ ਕੀ ਕਰਦਾ ਹੈ, ਸਾਈਡ ਟੂ ਸਾਈਡ ਮੂਵਮੈਂਟ ਦੇ ਵਿੱਚ ਹੈਲਪ ਕਰਦਾ। ਸਾਈਡ ਤੇ ਲੱਗਿਆ ਹੋਇਆ ਹੈ, ਇਟ ਮੀਨਸ ਇਹ ਆਪਣਾ ਕੀ ਹੋ ਗਿਆ, ਰਡਰ। ਉਹਨਾਂ ਨੇ ਆਪਾਂ ਨੂੰ ਇੱਕ ਲਾਈਨ ਇਹ ਵੀ ਕਹੀ ਸੀ ਵੀ ਰਡਰ ਦੇ ਨਾਲ ਇੱਕ ਚੀਜ਼ ਹੋਰ ਕੀ ਪ੍ਰੈਜ਼ੈਂਟ ਹੈ, ਪ੍ਰੋਪੈਲਰ ਪ੍ਰੈਜ਼ੈਂਟ ਹੈ। ਤੇ ਯਾਨੀ ਕਿ ਰਡਰ ਤੇ ਸਟੈਮ ਪਲੇਨ ਦੇ ਵਿੱਚ ਕੀ ਹੋਊਗਾ, ਪ੍ਰੋਪੈਲਰ ਪਿੱਛੇ ਹੀ ਏਰੀਆ ਦੇ ਵਿੱਚ ਪ੍ਰੈਜ਼ੈਂਟ ਹੋਣਾ ਆਪਾਂ ਨੂੰ ਦੱਸੀ ਸੀਗੀ। ਫਿਰ ਉਹਨਾਂ ਨੇ ਕਿਹਾ ਸੀਗਾ ਇਹਦੇ ਉੱਤੋਂ ਨਾ 2 ਐਂਟੀਨਾਸ ਆ ਰਹੇ ਆ ਬਾਹਰ, ਜਿਹਦੇ ਵਿੱਚੋਂ ਕੀ ਕਰ ਸਕਦੇ, ਜਿਹੜਾ ਆਪਣੇ ਕ੍ਰਿਊ ਮੈਂਬਰਸ ਨੇ ਉਹ ਦੇਖ ਸਕਦੇ ਨੇ ਕਿ ਅੱਗੇ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ। ਤੇ ਉਹਨੇ ਕਿਹਾ ਸੀ ਜਿਹੜਾ ਅੱਗੇ ਵਾਲਾ ਹੋਊਗਾ ਉਹਨੂੰ ਆਪਾਂ ਕੀ ਬੋਲਾਂਗੇ, ਪੈਰੀਸਕੋਪ, ਤੇ ਜਿਹੜਾ ਪਿੱਛੇ ਵਾਲਾ ਹੋਊਗਾ ਉਹਨੂੰ ਆਪਾਂ ਨਾਮ ਦਿੱਤਾ ਸੀਗਾ ਜੀ ਰੇਡੀਓ ਐਂਟੀਨਾ। ਇਹ ਸਭ ਚੀਜ਼ਾਂ ਆਪਾਂ ਹੁਣੇ ਪੜ੍ਹ ਕੇ ਹਟੇ ਆ, ਮੈਂ ਤੁਹਾਨੂੰ ਹੁਣੇ ਐਕਸਪਲੇਨ ਕੀਤਾ ਹੈ। ਸੋ ਬੱਚੇ ਇਹੀ ਇੱਕ ਤਰੀਕਾ ਸੀਗਾ ਆਪਾਂ ਕਿਸ ਤਰੀਕੇ ਨਾਲ ਜਿਹੜੇ ਆਪਣੇ ਡਾਇਗਰਾਮਸ ਆ ਉਹਨਾਂ ਨੂੰ ਸੋਲਵ ਕਰ ਸਕਦੇ ਆ। ਸੋ ਆਪਾਂ ਥੋੜਾ ਸਮਰਾਈਜ਼ ਕਰਦੇ ਆ, ਆਪਾਂ ਬੇਸਿਕਲੀ ਕੀਤਾ ਕੀ ਹੈ, ਆਪਾਂ ਆਪਣਾ ਜਿਹੜਾ ਡਾਇਗਰਾਮ ਹੈ ਉਹਨੂੰ ਆਪਾਂ ਪ੍ਰੋਪਰਲੀ ਦੇਖਿਆ ਹੈ, ਐਗਜ਼ਾਮਿਨ ਕੀਤਾ, ਆਪਾਂ ਫਿਰ ਦੇਖਿਆ ਵੀ ਕਿਹੜੇ ਪਾਰਟ ਨੂੰ ਆਪਾਂ ਲੇਬਲ ਕਰਨਾ ਹੈ। ਆਪਾਂ ਉਹਨੂੰ ਚੰਗੀ ਤਰ੍ਹਾਂ ਦੇਖਿਆ ਵੀ ਤਾਂ ਬੈਕ ਵਾਲਾ ਪਾਰਟ ਹੈ, ਸਾਈਡ ਵਾਲਾ ਪਾਰਟ ਹੈ, ਅਪਰ ਪਾਰਟ ਹੈ। ਫਿਰ ਆਪਾਂ ਦੇਖਿਆ ਵੀ ਜਿਹੜਾ ਪੈਸੇਜ ਹੈਗਾ ਉਹਦੇ ਵਿੱਚ ਸਟਰਕਚਰ ਬਾਰੇ ਕਿੱਥੇ ਗੱਲ ਕੀਤੀ ਗਈ ਹੈ। ਆਪਾਂ ਦੇਖਿਆ ਵੀ ਸਬਮਰੀਨ ਦੇ ਸਟਰਕਚਰ ਬਾਰੇ ਆਪਾਂ ਨੂੰ ਪੈਸੇਜ ਮਿਲ ਗਿਆ। ਫਿਰ ਆਪਾਂ ਉਹਨੂੰ ਪ੍ਰੋਪਰਲੀ ਪੜਿਆ ਵੀ ਹਾਂਜੀ ਕਿਹੜੇ ਪਾਰਟ ਨੂੰ ਉਹਨਾਂ ਨੇ ਕਿੱਦਾਂ ਕਿਹਾ ਹੈ। ਜਦੋਂ ਆਪਾਂ ਪ੍ਰੋਪਰਲੀ ਐਕਸਪਲੇਨ ਆਪਾਂ ਨੂੰ ਪੜਿਆ, ਆਪਾਂ ਉਹਨੂੰ ਆਪਣੀ ਲੈਂਗੁਏਜ ਦੇ ਵਿੱਚ ਟ੍ਰਾਂਸਲੇਟ ਕੀਤਾ, ਆਪਾਂ ਨੂੰ ਜਿਹੜੀ ਚੀਜ਼ਾਂ ਨੇ ਕਲੀਅਰ ਹੋਣੀਆਂ ਸ਼ੁਰੂ ਹੋ ਗਿਆ। ਸੋ ਆਈ ਹੋਪ ਤੁਹਾਨੂੰ ਇਹ ਰੀਡਿੰਗ ਦਾ ਜਿਹੜਾ ਪੈਸੇਜ ਹੈਗਾ ਉਹ ਸਮਝ ਆ ਗਿਆ ਹੋਊਗਾ। ਇਫ ਬੱਚੇ ਤੁਹਾਨੂੰ ਕੋਈ ਵੀ ਡਾਊਟ ਆਉਂਦਾ ਰੀਡਿੰਗ ਦੇ ਵਿੱਚ, ਆਪਾਂ ਤੁਹਾਨੂੰ ਆਨਲਾਈਨ ਕਲਾਸਿਸ ਵੀ ਜਿਹੜੇ ਹੈਗੇ ਪ੍ਰੋਵਾਈਡ ਕਰਦੇ ਆ। ਆਪਾਂ ਤੁਹਾਨੂੰ ਟਾਈਮ ਟੂ ਟਾਈਮ ਜਿਹੜੀਆਂ ਰੀਡਿੰਗ ਦੀਆਂ ਟਿਪਸ ਐਂਡ ਟ੍ਰਿਕਸ ਆ ਉਹ ਵੀ ਦੱਸਦੇ ਰਹਿੰਦੇ ਆ। ਸੋ ਅਗਰ ਕੋਈ ਵੀ ਬੱਚਾ ਸਾਡੇ ਤੋਂ ਜਿਹੜੀ ਹੈਗੀ ਆਨਲਾਈਨ ਕਲਾਸਿਸ ਲੈਣਾ ਚਾਹੁੰਦੇ ਆ, ਜਾਂ ਫਿਰ ਇਫ ਯੂ ਪੀਪਲ ਵਾਂਟ ਕਿ ਆਪਾਂ ਤੁਹਾਡੇ ਲਈ ਹੋਰ ਐਦਾਂ ਦੀਆਂ ਰੀਡਿੰਗ ਦੀਆਂ ਵੀਡੀਓਜ਼ ਲੈ ਕੇ ਆਈਏ, ਸੋ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ। ਐਂਡ ਆਈ ਐਮ ਦਿਲਜੋਤ ਇਨ ਫਰੰਟ ਆਫ ਯੂ। ਸੋ ਪਲੀਜ਼ ਜਿਹੜਾ ਹੈਗਾ ਤੁਸੀਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰਨਾ, ਐਂਡ ਆਈ ਹੋਪ ਤੁਹਾਨੂੰ ਇਹ ਫਾਇਦੇਮੰਦ ਹੋਊਗੀ, ਠੀਕ ਹੈ ਜੀ। ਸੋ ਸੀ ਯੂ ਇਨ ਦ ਨੈਕਸਟ ਵੀਡੀਓ। ਥੈਂਕ ਯੂ ਸੋ ਮਚ।